ना सानू गालां कड्डो। सानू मीनस किसी भी कम्यूनिटी के किसी भी पक्ष नूं। कोर्ट का मतलब वो है कि जिथे जुडिशियल तुहानूं न्याय मिलता है, न्याय का मंदिर जिन्हों कहा जाता है। तो जिहड़े बंदे उहदे बारे गंदा बोलन उन्हां नूं ते रस्ता ही नहीं मिलना किसी पासे तो। शुभदीप सिंह इहदा नाम है। इन्हें पहला भी जो हथियार लैके गाना बनाया सी ते परचा दर्ज होया है, साडे कोल उहदी डिटेल है, असीं अपने नोटिस 'ਚ ਉਹਦਾ भी जिक्र किया है। और उहदे विच इन्हां ने मानयोग हाई कोर्ट अगे एक प्रॉमिस किया है कि असीं किसी तरह की इहो जी ऑब्जैक्शनेबल उहदा इस्तेमाल नहीं करांगे। उस तो बाद भी इन्हें किया हले कंटैंप्ट ऑफ कोर्ट बाकी है। कहता भी की फर्क पैंदा, 5 साल की सजा ही तो हैगी आ। मैं कहना प्यो का पुत्त है ना, एक दिन कट के विखा, कोई प्यो का पुत्त एक दिन मैनू हवाला च कट के दिखा दे एज मुलजम, जान निकल जाती है। गंदे गंदे कपड़े पा के साडियां भैणां विखाउंदे ने उत्थे। मतलब तुसीं भी आए हो, होर भी साडे घरां च, साडे मतलब पंजाब च कल्चर इदां दा भी इदां दे गंदे कपड़े पा के घूमदे आ, या ड्रग्स विखाउंदे ने, बंदूकां विखाउंदे ने। मतलब की दसना चाहते हो तुसीं? लंडूआं ते सदा पैंदियां ने लानतां ते केस कूस पैंदे सदा मरतां दे सोहणीए। वट इज दिस? की लैंगुएज है? किहदे वास्ते वरतदा पिया? ला शुभदीप सिंह का नोटिस दिखा दिंदे आ। हुंदी हिम्मत ते लंदा नोटिस लिखिया ना, इनकारी लैन तो इनकारी की गई। 19/6 तरीक पई हुई है। ये 19/6 तो पहला आ रही रसीदी टिकट, आ रही पूरी सील होकर चिट्ठी गई सी, मेरा नाम प्रॉपर लिखा है, कोई चोरी छुपा नहीं लिखा है। ते ले लैंदा ना फिर। इनकार किने कीता? सिद्धू मूसेवाले ने। सत श्री अकाल, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ। ਪੰਜਾਬੀ ਦੇ ਵਿੱਚ ਇੱਕ ਗੀਤ ਆਇਆ ਸੀ ਜਿਸ ਨੇ ਬਹੁਤ ਜ਼ਿਆਦਾ ਮਕਬੂਲੀਅਤ ਹਾਸਲ ਕੀਤੀ ਸੀ। ਉਸ ਗੀਤ ਦੇ ਬੋਲ ਸੀ, ਸਾਡੇ ਕੋਲੋਂ ਭਾਲਦੇ ਆ ਮੀਲ ਸੋਹਣੀਏ, ਅਵਾ ਤਵਾ ਬੋਲਦੇ ਵਕੀਲ ਸੋਹਣੀਏ, ਸਾਰੀ ਦੁਨੀਆ ਦਾ ਉਹ ਜੱਜ ਸੁਣੀਦਾ ਜਿਹਦੇ ਕੋਲੋਂ ਚੱਲਦੀ ਅਪੀਲ ਸੋਹਣੀਏ, ਆਪੇ ਹੱਥ ਰੱਖੋ ਸਾਡੀ ਪਾਤੇ। इस गीत के बोल सुन के तुसी समझ ही गए होवोगे कि आज इस खास प्रोग्राम दे विच असी गल करांगे सिद्धू मूसेवाला दी। सिद्धू मूसेवाला जो अक्सर ही विवादां दे विच रहिंदा है, हालांकि हुण ओह सियासी तौर ते मैदान दे विच नितरिया, पर विवाद उन्हां दा खैड़ा नहीं छड्ड रहे। इस संजू गीत नूं लैके एक केस उन्हां दे खिलाफ दर्ज कीता गया है। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵਕੀਲ ਸੁਨੀਲ ਮੱਲਣ ਜੀ ਜੁੜੇ ਨੇ। ਗੱਲਬਾਤ ਕਰਦੇ ਹਾਂ ਕਿ ਇੱਕ ਵਾਰ ਫੇਰ ਕਿਸ ਤਰ੍ਹਾਂ ਸਿੱਧੂ ਮੂਸੇਵਾਲਾ ਵਿਵਾਦਾਂ ਦੇ ਵਿੱਚ ਆ ਗਏ ਨੇ ਤੇ ਇਸ ਗੀਤ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਕੇਸ ਦਰਜ ਕੀਤਾ ਗਿਆ ਹੈ। ਤਾਂ ਸਰ ਸਵਾਗਤ ਹੈ ਹਮ ਡੇਲੀ ਪੋਸਟ ਪੰਜਾਬੀ ਦੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤੁਹਾਨੂੰ। ਸਰ ਤੁਸੀਂ ਸਿੱਧੂ ਮੂਸੇਵਾਲਾ ਦੇ ਖਿਲਾਫ ਸੰਜੂ ਗੀਤ ਨੂੰ ਲੈ ਕੇ ਇੱਕ ਕੇਸ ਦਰਜ ਕਰਵਾਇਆ ਹੈ। ਕੀ ਇਹ ਸਾਰਾ ਕੇਸ? ਪਹਿਲਾਂ ਸਭ ਤੋਂ ਪਹਿਲਾਂ ਉਸ ਦੇ ਬਾਰੇ ਚਾਨਣਾ ਪਾਓ। ਦੇਖੋ ਇਹਦੇ ਵਿੱਚ ਬੜਾ ਸਿੰਪਲ ਜੀ ਗੱਲ ਕਹੂੰਗਾ ਕਿ ਤੁਸੀਂ ਜਿੰਨੇ ਮਰਜ਼ੀ ਤੁਸੀਂ ਨਾਚੇ ਹੋ, ਸਾਡੇ ਲਈ ਨੱਚਦੇ ਹੋ, ਅਸੀਂ ਤੁਹਾਨੂੰ ਪੈਸਾ ਦਿੰਨੇ ਉਹਦਾ, ਤੇ ਤੁਸੀਂ ਨੱਚੋ, ਤੁਸੀਂ ਸਾਨੂੰ ਐਂਟਰਟੇਨ ਕਰੋ, ਨਾ ਕਿ ਤੁਸੀਂ ਸਾਨੂੰ ਅਪਸ਼ਬਦ ਬੋਲੋ, ਨਾ ਸਾਨੂੰ ਗਾਲਾਂ ਕੱਢੋ। ਸਾਨੂੰ ਮੀਨਸ ਕਿਸੇ ਵੀ ਕਮਿਊਨਿਟੀ ਦੇ ਕਿਸੇ ਵੀ ਪੱਖ ਨੂੰ, ਜਿਵੇਂ SC ST ਐਕਟ ਕਹਿੰਦਾ ਵੀ ਕਿਸੇ ਨੂੰ ਇਦਾਂ ਕਹਿਣਾ ਬਦਕਾਰੀ ਐਕਟ 'ਚ ਆਉਂਦਾ ਹੈ, ਅਨਟੱਚੇਬਿਲਟੀ ਐਕਟ 'ਚ ਆਉਂਦਾ ਹੈ। ਇਸੇ ਤਰ੍ਹਾਂ ਇੱਕ ਜਿਹੜੀ ਸੀਨੀਅਰ ਪੋਸਟ ਹੈ, ਇੱਕ ਲਾਅ ਹੈ, ਇੱਕ ਜੁਡੀਸ਼ੀਅਲ ਸਿਸਟਮ ਹੈ, ਲੀਗਲ ਫਰਟਰਨਿਟੀ ਹੈ, ਜਿਹਨੂੰ ਸੈਕੰਡ ਮੈਨ ਆਫ ਦਾ ਕੰਟਰੀ ਕਿਹਾ ਜਾਂਦਾ ਹੈ ਤੇ ਸਟੈਚੂਏਟ ਬੋਰਡ ਮੈਂਬਰ ਕਿਹਾ ਜਾਂਦਾ ਹੈ। ਐਡਵੋਕੇਟ ਜਾਂ ਜੁਡੀਸ਼ੀਅਲ ਸਿਸਟਮ ਦੇ ਬੰਦੇ ਆਫੀਸਰ ਆਫ ਕੋਰਟ ਕਹਾਉਂਦੇ ਨੇ। ਐਡਵੋਕੇਟ ਐਕਟ ਪੜ੍ਹ ਲਓ, ਸੈਕਸ਼ਨ 21 'ਚ ਕਲੀਅਰ ਲਿਖਿਆ ਹੈ, ਐਡਵੋਕੇਟ ਇਜ਼ ਐਨ ਆਫੀਸਰ ਆਫ ਕੋਰਟ। ਕੋਰਟ ਦਾ ਮਤਲਬ ਉਹ ਹੈ ਕਿ ਜਿੱਥੇ ਜੁਡੀਸ਼ੀਅਲ ਤੁਹਾਨੂੰ ਨਿਆਂ ਮਿਲਦਾ ਹੈ, ਨਿਆਂ ਦਾ ਮੰਦਰ ਜਿਹਨੂੰ ਕਿਹਾ ਜਾਂਦਾ ਹੈ। ਤੇ ਜਿਹੜੇ ਬੰਦੇ ਉਹਦੇ ਬਾਰੇ ਗੰਦਾ ਬੋਲਣ ਉਹਨਾਂ ਨੂੰ ਤੇ ਰਸਤਾ ਹੀ ਨਹੀਂ ਮਿਲਣਾ ਕਿਸੇ ਪਾਸੇ ਦਾ। ਹਾਊ ਯੂ ਕੈਨ ਸੇ। ਤੇ ਇਹਨਾਂ ਨੇ ਜਿਹੜਾ ਗਾਣਾ ਕੱਢਿਆ, ਇਹਨੇ ਖਾਸ ਕਰਕੇ ਸਿੱਧੂ ਨੇ, ਸ਼ੁਭਦੀਪ ਸਿੰਘ ਇਹਦਾ ਨਾਮ ਹੈ, ਇਹਨੇ ਪਹਿਲਾਂ ਵੀ ਜਦੋਂ ਹਥਿਆਰ ਲੈ ਕੇ ਗਾਣਾ ਬਣਾਇਆ ਸੀ ਤੇ ਪਰਚਾ ਦਰਜ ਹੋਇਆ ਹੈ, ਸਾਡੇ ਕੋਲ ਉਹਦੀ ਡਿਟੇਲ ਹੈ, ਅਸੀਂ ਆਪਣੇ ਨੋਟਿਸ 'ਚ ਉਹਦਾ ਵੀ ਜ਼ਿਕਰ ਕੀਤਾ ਹੈ। ਔਰ ਉਹਦੇ ਵਿੱਚ ਇਹਨਾਂ ਨੇ ਮਾਨਯੋਗ ਹਾਈ ਕੋਰਟ ਅੱਗੇ ਇੱਕ ਪ੍ਰੋਮਿਸ ਕੀਤਾ ਹੈ ਕਿ ਅਸੀਂ ਕਿਸੇ ਤਰ੍ਹਾਂ ਦੀ ਇਹੋ ਜਿਹੀ ਆਬਜੈਕਸ਼ਨੇਬਲ ਉਹਦਾ ਇਸਤੇਮਾਲ ਨਹੀਂ ਕਰਾਂਗੇ। ਉਸ ਤੋਂ ਬਾਅਦ ਵੀ ਇਹਨੇ ਕੀਤਾ ਹਲੇ ਕੰਟੈਂਪਟ ਆਫ ਕੋਰਟ ਬਾਕੀ ਹੈ। ਪਲੱਸ ਹਾਈ ਕੋਰਟ, ਮਾਨਯੋਗ ਹਾਈ ਕੋਰਟ ਸਾਡੀ ਪੰਜਾਬ ਹਰਿਆਣਾ ਜਾਂ ਅਦਰ ਹਾਈ ਕੋਰਟਸ ਨੇ ਜਗ੍ਹਾ ਜਗ੍ਹਾ ਤੇ ਇਹ ਗੱਲ ਕਹੀ ਹੈ ਕਿ ਪਬਲਿਕ ਟ੍ਰੈਂਕੁਇਲਿਟੀ ਜਾਂ ਜਿਹੜਾ ਯੂਥ ਹੈ ਉਹਨੂੰ ਵਿਗਾੜੋ ਨਾ। ऐसी गल दसो जिहदे नाल वो भावुक होवे, वो सिंसीयर बने और कंट्री के प्रति उन्हें कुछ करने की इच्छा जागे, ना कि ये सोचो कहता भी की फर्क पैंदा, 5 साल की सजा ही तो हैगी है। मैं कहना प्यो का पुत्त है ना, एक दिन कट के विखा, कोई प्यो का पुत्त एक दिन मैनू हवाला च कट के दिखा दे एज मुलजम, जान निकल जाती है। एक घंटा नहीं लोग बर्दाश्त करते, पेंटा गिलियां होंदियां अदालतां 'च असीं रोज वेखदे हां। ਤੇ ਇਹ ਕਹਿੰਦਾ 5 ਸਾਲ ਸਜ਼ਾ ਹੋਈ ਬੜੀ ਵੱਡੀ, ਜਿਵੇਂ ਇਹਨੂੰ ਮੈਡਲ ਮਿਲ ਗਿਆ। ਮਤਲਬ ਕੀ ਨੌਨਸੈਂਸ ਦਿਖਾਣਾ ਚਾਹ ਰਹੇ ਆ ਤੇ ਕਿਹਨੂੰ? ਸਾਡੀ ਜਨਤਾ ਨੂੰ। ਫਿਰ
ਗੰਦੇ ਗੰਦੇ ਕੱਪੜੇ ਪਾ ਕੇ ਸਾਡੀਆਂ ਭੈਣਾਂ ਵਿਖਾਉਂਦੇ ਨੇ ਉੱਥੇ। ਮਤਲਬ ਤੁਸੀਂ ਵੀ ਆਏ ਹੋ, ਹੋਰ ਵੀ ਸਾਡੇ ਘਰਾਂ 'ਚ, ਸਾਡੇ ਮਤਲਬ ਪੰਜਾਬ 'ਚ ਕਲਚਰ ਇਦਾਂ ਦਾ ਵੀ ਇਦਾਂ ਦੇ ਗੰਦੇ ਕੱਪੜੇ ਪਾ ਕੇ ਅਸੀਂ ਘੁੰਮਦੇ ਆ, ਜਾਂ ਡਰੱਗਸ ਵਿਖਾਉਂਦੇ ਨੇ, ਬੰਦੂਕਾਂ ਵਿਖਾਉਂਦੇ ਨੇ। ਮਤਲਬ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਕਿ ਪੰਜਾਬ ਕੀ ਹੈ? ਤੇ ਪੰਜਾਬ ਨੂੰ ਪੰਜਾਬ ਰਹਿਣ ਦਿਓ, ਇਹਨੂੰ ਤੁਸੀਂ ਕੋਈ ਕਿਲਿੰਗ ਸੈਂਟਰ ਨਾ ਬਣਾਓ, ਸਾਡੇ ਯੂਥ ਨੂੰ ਵਰਗਲਾਓ ਨਾ। ਉਹ ਸੋਚਦਾ ਵੀ ਸ਼ਾਇਦ ਨਸ਼ਾ ਕਰਨਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਜਾਂ ਜੇਲ੍ਹ ਜਾਣਾ ਬੜੀ ਵੱਡੀ ਗੱਲ ਹੋ ਜਾਂਦੀ ਹੈ। ਸੋ ਇਹਨੇ ਇਹੋ ਜਿਹੇ ਸ਼ਬਦ, ਲੰਡੂਆਂ ਤੇ ਸਦਾ ਪੈਂਦੀਆਂ ਨੇ ਲਾਹਨਤਾਂ, ਤੇ ਕੇਸ ਕੂਸ ਪੈਂਦੇ ਸਦਾ ਮਰਤਾਂ ਦੇ ਸੋਹਣੀਏ। ਵਾਟ ਇਜ਼ ਦਿਸ? ਕੀ ਲੈਂਗੁਏਜ ਹੈ? ਕਿਹਦੇ ਵਾਸਤੇ ਵਰਤਦਾ ਪਿਆ? ਔਰ ਜਿੰਨਾ ਯੰਗ ਜਨਰੇਸ਼ਨ ਹੈ ਜਿਹੜਾ ਹਲੇ ਪੁੰਗਰਦਾ ਪਿਆ, ਉਹ ਪਹਿਲੇ ਦਿਨ ਤੋਂ ਖਰਾਬ ਹੋ ਰਿਹਾ। ਸੋ ਮੇਰੀ ਲੜਾਈ ਇਹਦੇ ਨਾਲ ਸ਼ਬਦਾਵਲੀ ਤੇ ਹੈ, ਗੰਦੇ ਸ਼ਬਦਾਂ ਤੇ ਹੈ, ਇੱਕ ਕਮਿਊਨਿਟੀ ਵਿਸ਼ੇਸ਼ ਬਾਰੇ ਗਲਤ ਬੋਲਣ ਤੇ ਹੈ। ਸੋ ਉਹਦੇ ਵਾਸਤੇ ਜੋ ਵੀ ਬਣਦਾ ਹੈ, ਆਪਾਂ ਇਹਨੂੰ ਨੋਟਿਸ ਪਾਇਆ ਸੀ ਜੀ। ਹੁਣੇ ਕਹਿੰਦਾ ਮੈਂ ਬੜਾ ਸਿਆਣਾ, ਜਵਾਬ ਆਇਆ ਫਿਰ ਉਹਦਾ? ਉਹਨੇ ਪਹਿਲੀ ਗੱਲ ਸੁਣੋ। 15 ਜੂਨ 2000 ਚੈੱਕ ਕਰ ਸਕਦੇ ਹੋ ਸਾਹਮਣੇ ਡੇਟ। 15 ਜੂਨ ਨੂੰ ਨੋਟਿਸ ਪਾਇਆ ਸੀ, ਆਦਾ ਨਾਂ ਲਿਖਿਆ, ਇਹਦੀ ਲਿਰਿਕਸ ਟੀਮ, ਇਹਦੀ ਜਿਹੜੀ ਬਾਕੀ ਸਪੋਰਟ ਟੀਮ, ਉਹਦੇ ਬਾਰੇ ਜ਼ਿਕਰ ਕੀਤਾ। ਫਿਰ ਆ ਸਾਰੇ 16-17 ਬੰਦੇ, YouTube, ਹੰਗਾਮਾ, ਸਪੋਟੀਫਾਈ, ਜਿੱਥੇ ਜਿੱਥੇ ਗਾਣਾ ਚੱਲਿਆ, ਆ ਲੋ ਜੀ। ਪਹਿਲਾਂ ਸ਼ੁਭਦੀਪ ਸਿੰਘ ਦਾ ਨੋਟਿਸ ਵਿਖਾ ਦਿੰਦੇ ਆ। ਹੁੰਦੀ ਹਿੰਮਤ ਤੇ ਲੈਂਦਾ ਨੋਟਿਸ। ਲਿਖਿਆ ਨਾ ਇਨਕਾਰੀ, ਲੈਣ ਤੋਂ ਇਨਕਾਰੀ ਕੀਤੀ ਗਈ। 19/6 ਤਰੀਕ ਪਈ ਹੋਈ ਹੈ। ਇਹ 19/6 ਤੋਂ ਪਹਿਲਾਂ ਆ ਰਹੀ ਰਸੀਦੀ ਟਿਕਟ, ਆ ਰਹੀ ਪੂਰੀ ਸੀਲ ਹੋ ਕੇ ਚਿੱਠੀ ਗਈ ਸੀ, ਮੇਰਾ ਨਾਂ ਪ੍ਰੋਪਰ ਲਿਖਿਆ, ਕੋਈ ਚੋਰੀ ਛੁਪਾ ਨਹੀਂ ਲਿਖਿਆ ਹੋਇਆ। ਤੇ ਲੈ ਲੈਂਦਾ ਨਾ। ਫਿਰ ਇਹ ਇਨਕਾਰ ਕਿਹਨੇ ਕੀਤਾ? ਸਿੱਧੂ ਮੂਸੇਵਾਲੇ ਨੇ। ਇਨਕਾਰੀ ਹੈ ਮੀਨਸ ਉਹਨੇ ਆਪ ਮਨਾ ਕੀਤਾ ਡਾਕੇ ਨੂੰ ਕਿ ਭਾਜੀ ਮੈਂ ਨਹੀਂ ਲੈਣੀ। ਇਹ ਕਿਸੇ ਹੋਰ ਦੀ ਚਿੱਠੀ ਹੁੰਦੀ ਤੇ ਸ਼ਾਇਦ ਡਾਕੇ ਉਂਝ ਹੀ ਚੱਲ ਜਾਂਦਾ। ਉਹਨੇ ਵੇਖਿਆ ਵਕੀਲ ਦੀ ਚਿੱਠੀ ਹੈ, ਇਹ ਤੇ ਪ੍ਰੋਪਰ ਲਿਖ ਕੇ ਦੇਣਾ ਪੈਣਾ। ਇਨਕਾਰੀ ਹੈ, ਵਾਪਸ ਭੇਜੀ ਹੈ, ਸਾਈਨ ਕਰਕੇ ਉਹਨੇ ਡੇਟ ਪਾਤੀ। ਕਿੰਨੀ ਤਰੀਕ ਦੀ ਗੱਲ ਹੈ? 19/6/2021। ਮੈਂ 15/6 ਨੂੰ ਚਿੱਠੀ ਪਾਈ ਸੀ। ਇਹਦਾ ਮਤਲਬ ਵਿਦਿਨ 6 ਡੇਜ਼ ਉਹਨੂੰ 19 ਹੈ, 4 ਦਿਨਾਂ 'ਚ ਚਿੱਠੀ ਮਿਲ ਗਈ ਹੈ, ਰਜਿਸਟਰਡ ਪੋਸਟ। ਸਿੱਧੂ ਮੂਸੇਵਾਲਾ, ਪਿੰਡ ਮੂਸੇਵਾਲਾ, ਮਾਨਸਾ, ਪਿੰਨ ਕੋਡ ਤੇ ਮੈਂ ਉਹਦੇ ਮੋਬਾਈਲ ਨੰਬਰ ਨਾਲ, ਈਵਨ ਉਹਦੀ ਈਮੇਲ ਆਈਡੀ ਵੀ ਨਾਲ ਪਾਤੀ। ਇਹ ਤੋਂ ਬਾਅਦ ਮੈਂ ਕੀ ਕੀਤਾ ਕਿ ਇਹਦੇ ਪਿੰਡ ਦੇ ਸਰਪੰਚ, ਜੋ ਕਿ ਇਹਦੇ ਮਾਤਾ ਜੀ ਨੇ, ਪਲੱਸ ਮੈਂਬਰ ਸਰਪੰਚ ਜੋ ਕਿ ਇਹਦੇ ਰਿਸ਼ਤੇਦਾਰ ਨੇ, ਆਪਾਂ ਉਹਨਾਂ ਨੂੰ ਚਿੱਠੀ ਪਾਤੀ। ਆ ਦੇਖੋ ਚਿੱਠੀ ਨਾਲ ਥੱਲੇ ਲਿਖਤਾ ਵੀ ਸਿੱਧੂ ਮੂਸੇਵਾਲੇ ਨੇ 19/6 ਨੂੰ ਲੈਣ ਤੋਂ ਇਨਕਾਰ ਕਰਤੀ। ਹੁਣ ਟੈਕਨੀਕਲੀ ਮੈਂ ਉਹਦੀ ਮਾਂ ਦੇ ਨਾਂ ਦਾ ਚਿੱਠੀ ਨਹੀਂ ਪਾਈ, ਮੈਂ ਤੇ ਇੱਕ ਪੋਸਟ ਹੋਲਡਰ ਨੂੰ, ਪਿੰਡ ਦੇ ਇੱਕ ਅਧਿਕਾਰੀ ਨੂੰ, ਜਿਹਨੂੰ ਸਰਪੰਚ ਕਿਹਾ ਜਾਂਦਾ ਹੈ, ਉਸ ਨੂੰ ਹੈਡਮੈਨ ਆਫ ਦਾ ਸਿਟੀ, ਵਿਲੇਜ, ਉਹਨਾਂ ਨੂੰ ਚਿੱਠੀ ਪਾਉਣਾ। ਤੇ ਇੱਕ ਹੈਡਮੈਨ ਆਫ ਦਾ ਵਿਲੇਜ ਇਜ਼ 24/7 ਸਰਵੈਂਟ, ਪਬਲਿਕ ਸਰਵੈਂਟ ਦੇ ਉਹਦੀ ਡੈਫੀਨੇਸ਼ਨ ਚ ਆਉਂਦਾ ਹੈ। ਤੇ ਉਹ ਵੀ ਬੰਦਾ ਕਹਿੰਦਾ ਇਨਕਾਰੀ ਹੈ, ਵਾਪਸ ਭੇਜੀ ਜਾਂਦੀ ਹੈ 3/7/21 ਨੂੰ। ਹਾਂ ਤੇ ਫਿਰ ਹੁਣ ਦੱਸ, ਇੰਨਾ ਹੀ ਡਰ ਲੱਗਦਾ? ਹਾਸਾ ਆਉਂਦਾ ਮੈਨੂੰ ਤੁਹਾਡੇ ਵਰਗੇ। ਕੀ ਕਵਾਂ ਹੁਣ, ਮੈਂ ਸ਼ਬਦਾਵਲੀ ਨਹੀਂ ਵਰਤਣਾ ਚਾਹੁੰਦਾ। ਤੇ ਜੇ ਹੈ ਹਿੰਮਤ ਤੇ ਲੈਣਾ ਸੀ ਨਾ ਨੋਟਿਸ। ਫਿਰ ਮੈਂ ਕੀ ਕੀਤਾ, ਮਾਨਯੋਗ ਡੀਸੀ ਸਾਹਿਬ ਨੂੰ ਭੇਜੀ, ਤੇ ਡੀਸੀ ਸਾਹਿਬ ਨੂੰ ਕਿਹਾ ਵੀ ਇਹਨਾਂ ਤੱਕ ਡਿਲੀਵਰ ਕਰਾ ਦਿਓ। ਉਹ ਮੈਨੂੰ ਵਾਪਸ ਨਹੀਂ ਆਈ। ਸੋ ਪਰਪਸ ਕੀ ਸੀ? ਨੌਲੇਜ ਕਰਾਤੀ। ਹੁਣ ਨੌਲੇਜ ਕਰਾਤੀ। 15/6 ਦਾ ਮੇਰਾ ਨੋਟਿਸ ਹੈ, ਲੈਟਰ ਸੇ 3/7 ਹੈ, ਲੈਟਰ ਸੇ 30/7 ਨੂੰ ਜਾਂ 20/7 ਨੂੰ ਇਹਨਾਂ ਨੂੰ ਮਿਲ ਗਈ। 20/7 ਤੋਂ ਬਾਅਦ ਅੱਜ 4 ਮਹੀਨੇ 5 ਮਹੀਨੇ ਹੋ ਗਏ, ਆਪਾਂ ਇਹਨਾਂ ਨੂੰ ਪੂਰਾ ਸਮਾਂ ਦਿੱਤਾ। 2 ਸਾਲ ਮੇਰੇ ਕੋਲ ਲਿਮਿਟੇਸ਼ਨ ਪੀਰੀਅਡ ਸੀ, ਔਰ ਮੈਂ ਬਿਜ਼ੀ ਵੀ ਬਹੁਤ ਸੀ। ਤੇ ਮੈਂ ਫਿਰ ਉਸ ਤੋਂ ਬਾਅਦ ਅੱਜ ਯਾਨੀ ਕਿ ਕੱਲ, ਬੀਤੇ ਕੱਲ ਚ ਕੇਸ ਤਿਆਰ ਕਰਕੇ ਕੋਰਟ 'ਚ ਕੇਸ ਲਾਇਆ। ਸੋਮਵਾਰ ਜਾਂ ਮੰਗਲਵਾਰ ਪਹਿਲੀ ਸੁਣਵਾਈ ਹੋ ਜਾਏਗੀ, ਔਰ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਜੋ ਵੀ ਕੋਰਟ ਦੀ ਪ੍ਰੋਸੀਜਰ ਹੈ ਚੱਲੇਗਾ, ਔਰ ਅਸੀਂ ਕਰਾਂਗੇ ਪੂਰੀ ਕਾਰਵਾਈ ਜੀ। ਮੈਂ ਸਾਰਾ ਕੁਝ ਲਿਖਿਆ ਇਹਦੇ 'ਚ ਵੀ ਇਹਨੇ ਕੀ ਕੀਤਾ, ਇਹਦੇ ਤੇ ਕੀ ਬਣਦਾ ਹੈ, ਔਰ ਸਾਰੀਆਂ ਧਾਰਾਵਾਂ ਲਾਈਆਂ ਨੇ। ਕਿਹੜੀਆਂ ਧਾਰਾਵਾਂ ਲਾਈਆਂ ਨੇ? ਨਾ ਹੀ ਸੁਣੋ, ਇਹ ਸਾਰੀ IPC ਇਲੈਕਸ਼ਨ ਦੀ ਆਪਾਂ ਤੇ ਗੁੱਸਾ ਆ ਗਿਆ ਸੀ ਨਾ। ਸੁਨੀਲ ਮੱਲਨ ਦੀ ਗੋਲੀ ਜਿਹੜੀ ਨਾ ਮੋੜ ਕੱਟ ਕੇ ਵੱਜਦੀ ਹੈ, ਮੇਰਾ ਸਿੱਧਾ ਡਾਇਲੌਗ ਹੈ। ਇਹ ਜਿਹੜੀ ਇਹ ਗੋਲੀ ਹੈ ਮੋੜ ਕੱਟ ਕੇ ਵੱਜੀ, ਵੇਲੋ ਲਈ ਨਹੀਂ ਗਈ। ਤੇ ਉਸ ਤੋਂ ਬਾਅਦ ਕੋਈ ਨਮੋਸ਼ੀ ਤੇ ਆਈ ਹੋਣੀ ਹੈ, ਘਬਰਾਹਟ ਤੇ ਹੋਈ ਹੋਣੀ ਹੈ। ਸੋ ਧਾਰਾ 110 CRPC, ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਤਰ੍ਹਾਂ ਦਾ ਹੈਬਚੁਅਲ ਅਫੈਂਡਰ। ਸੈਕਿੰਡ 34 ਤੇ 120B, 121 ਦੇਸ਼ਦਰੋਹ, ਔਰ 124 ਹੈ, 149, 153, 268, 293, 294 ਧਾਰਮਿਕ ਭਾਵਾਂ ਨੂੰ ਠੇਸ ਪਹੁੰਚਾਉਣਾ, 295, 298, 425, 499, 500, 501, 502, 3, 4, 5, 6, 7, 8, 11। ਫਿਰ ਆਰਮਜ਼ ਐਕਟ ਦੇ ਮੁਤਾਬਕ 5, 27, 30, 36 ਉਹਨਾਂ ਦੀ ਰਿਪਰੈਜ਼ੈਂਟੇਸ਼ਨ ਗਲਤ ਕਰਨੀ। ਇਨਫੋਰਮੇਸ਼ਨ IT ਐਕਟ ਲਾਇਆ, ਪਲੱਸ ਮੋਡੈਸਟੀ ਆਫ ਵੂਮਨ, ਜਾਂ ਜਿਹਨੂੰ ਕਹਿੰਦੇ ਆਪਾਂ ਇੱਕ ਔਰਤ ਦੀ ਮਰਿਆਦਾ ਦੇ ਖਿਲਾਫ ਵੀ ਜਿਹੜਾ ਤੁਸੀਂ ਹਰਕਤ ਕਰਦੇ ਹੋ, ਉਹਦੀ ਕਿਸੇ ਤਰ੍ਹਾਂ ਦੀ ਵੀ ਐਸੀ ਲਚਰ ਜਦੋਂ ਉਹਦੀ ਰਿਪਰੈਜ਼ੈਂਟੇਸ਼ਨ ਕਰਦੇ ਹੋ
ਤਾਂ ਇਨਡੀਸੈਂਟ ਰਿਪਰੈਜ਼ੈਂਟੇਸ਼ਨ ਆਫ ਔਮਨ ਐਕਟ ਹੈ, ਔਮਨ ਪ੍ਰੋਹਿਬਿਸ਼ਨ ਐਕਟ, ਉਹਦੇ ਤੇ ਧਾਰਾ ਲਾਈਆਂ। ਪਲੱਸ ਉਸ ਤੋਂ ਇਲਾਵਾ ਇਹਨਾਂ ਨੂੰ ਸਾਰਾ ਕੁਝ ਦੱਸਿਆ ਵੀ ਤੁਸੀਂ ਕਿੱਥੇ ਕਿੱਥੇ ਕਿਹੜੀ ਗਲਤੀ ਕੀਤੀ ਹੈ। ਇਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਸਿੱਧੂ ਮੂਸੇਵਾਲਾ ਆਪ, ਫਿਰ ਉਸ ਤੋਂ ਬਾਅਦ ਗਗਨਦੀਪ ਸਿੰਘ ਹੈ ਦਾ ਕਿਡ ਕਰਕੇ ਮਿਊਜ਼ਿਕ ਡਾਇਰੈਕਟਰ ਹੈ, ਫਿਰ ਨਵਕਰਨ ਬੜਾਰ ਹੈ ਵੀਡੀਓ 'ਚ, ਫਿਰ 골ਡ ਮੀਡੀਆ ਵਾਲੇ ਨੇ, ਯਾਨੀ ਕਿ ਸਾਰੀ ਟੀਮ ਦੇ ਉੱਤੇ ਪੂਰੀ ਟੀਮ ਜੀ, ਇਵਨ ਜਿਹਨੇ ਪੋਸਟਰ ਛਾਪੇ ਉਹ ਵੀ ਵਿੱਚ ਪਾਰਟੀ ਹੈ ਮੇਰੀ ਟੀਮ 'ਚ। ਬਿਲਕੁਲ। ਪਰ ਮਲਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਅੱਜ ਉਸ ਸ਼ਖਸੀਅਤ ਦੇ ਨਾਲ ਸਿੱਧਾ ਟੱਕਰਾ ਲੈ ਰਹੇ ਹੋ ਜਿਸ ਦੀ ਫੈਨ ਫੋਲੋਇੰਗ ਲੱਖਾਂ ਦੇ ਵਿੱਚ ਹੈ ਤੇ ਹੁਣ ਉਹ ਇੱਕ ਸਿਆਸੀ ਤੌਰ ਤੇ ਵੀ ਉੱਭਰ ਕੇ ਆ ਰਿਹਾ? ਵਕੀਲ ਤੋਂ ਅੱਗੇ ਤੇ ਫਿਰ ਵੀ ਨਹੀਂ, ਲਾ ਲੈ ਜ਼ੋਰ, ਪਿਓ ਦਾ ਜੰਮਿਆ ਨਾ। ਮੈਂ ਸ਼ਰੇਆਮ ਚੈਲੰਜ ਕਰਦਾ ਜੀ, ਬਗੈਰ ਵਕੀਲ ਤੋਂ ਕੋਰਟ 'ਚ ਆ ਕੇ ਵਿਖਾ, ਮੈਂ ਤੈਨੂੰ ਮੰਨਾਂ, ਕਿਉਂਕਿ ਵਕੀਲ ਤੇਰੇ ਅਵਾ ਤਵਾ ਬੋਲਦੇ ਨੇ। ਹੁਣ ਤੂੰ, ਮੈਂ ਸ਼ਰੇਆਮ ਕਹਿੰਦਾ, ਮੈਂ ਓਪਨ 'ਚ ਪਬਲਿਕ ਦੇ ਸਾਹਮਣੇ ਵੀ ਪਿਓ ਦਾ ਜੰਮਿਆ ਹੈ ਤੇ ਬਗੈਰ ਵਕੀਲ ਤੋਂ ਆਈ ਕੋਰਟ 'ਚ, ਤੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ, ਸਿਰਫ ਤੂੰ ਆਪਣੀ ਰਿਪਰੈਜ਼ੈਂਟੇਸ਼ਨ ਦੇ ਜਾ ਜਾਂ ਜਵਾਬ ਹੀ ਦੇ ਜੀ ਮੈਨੂੰ, ਮੈਂ ਮੰਨ ਜਾਗਾ ਕਿ ਵਕੀਲ ਤੇ ਅਵਾ ਤਵਾ ਬੋਲਦੇ, ਅਸੀਂ ਤੇ ਪਾਗਲ ਹੋ ਗਏ ਨਾ। ਇਹਦਾ ਮਤਲਬ ਅਸੀਂ ਤੇਰੇ ਕੋਲੋਂ ਰੋਟੀ ਭਾਲਦੇ ਆ ਨਾ, ਠੀਕ ਹੈ ਨਾ, ਤੇ ਨਾ ਦੇਈ ਕਿਸੇ ਨੂੰ ਰੋਟੀ, ਤੇਰੇ ਟੁਕੜਿਆਂ ਤੇ ਕੌਣ ਪਲਦਾ ਤੈਨੂੰ ਪਤਾ ਲੱਗ ਜੂ, ਤੇ ਆਂਦਿਆਂ ਕਿੰਨਾ ਕੁ ਗਲਾ ਸੁੱਕਦਾ ਉਹ ਵੀ ਪਤਾ ਲੱਗ ਜੂ। ਔਰ ਇਹਦੇ 'ਚ ਮੈਂ FIR ਦੀ ਡਿਮਾਂਡ ਕੀਤੀ ਹੈ, ਇਹਦੇ ਖਿਲਾਫ FIR ਦੀ ਡਿਮਾਂਡ ਮੈਂ ਦੱਸ ਦਿੰਦਾ ਤੁਹਾਨੂੰ। ਮਲਨ ਸਾਹਿਬ, ਇਸ ਤੋਂ ਵੀ ਪਹਿਲਾਂ ਇਸੇ ਗਾਣੇ ਨੂੰ ਲੈ ਕੇ ਇੱਕ FIR ਉਹਨਾਂ ਦੇ ਖਿਲਾਫ ਦਰਜ ਕੀਤੀ ਗਈ। ਜੀ ਜੀ ਬਿਲਕੁਲ ਹੈਗੀ ਆ, ਉਹ ਮਾਨਸਾ ਜ਼ਿਲ੍ਹੇ 'ਚ ਹੋਈ ਹੈ, ਉਹਦੀ ਵੀ ਮੈਂ ਤੁਹਾਨੂੰ ਡਿਟੇਲ ਦੇ ਦਿੰਦਾ। ਔਰ FIR ਨੰਬਰ ਸ਼ਾਇਦ 30 ਹੈ ਉਹਦਾ, ਹੁਣੇ ਦੱਸ ਦਿੰਦੇ ਜੀ ਤੁਹਾਨੂੰ, ਇੱਥੇ ਮੈਂ ਲਿਖੀ ਹੋਈ ਹੈ ਤਾਂ ਜੀ, ਦੱਸ ਦਿੰਦਾ। ਤੇ ਰਜੇਸ਼ ਕਾਪੀ ਦੇਗੀ ਉਹਦੀ FIR ਦੀ। ਤਾਂ ਅਸੀਂ ਸਿੱਧੂ ਮੂਸੇਵਾਲਾ ਦਾ ਜੋ ਵਿਵਾਦਿਤ ਗੀਤ ਹੈ ਸੰਜੂ, ਉਸ ਨੂੰ ਲੈ ਕੇ ਚਰਚਾ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਖਿਲਾਫ ਇਹ ਕੇਸ ਦਰਜ ਕੀਤਾ ਗਿਆ ਤੇ ਜਿਨ੍ਹਾਂ ਦੇ ਵੱਲੋਂ ਕੇਸ ਦਰਜ ਕਰਵਾਇਆ ਗਿਆ ਉਹ ਵਕੀਲ ਨਾਲ ਸੁਲੀਨ ਮੱਲਨ ਹੋਰਾਂ ਨਾਲ ਗੱਲਬਾਤ ਕਰਦੇ। ਤਾਂ ਮੱਲਨ ਸਾਹਿਬ, ਹੁਣ ਸਵਾਲ ਇਹ ਵੀ ਖੜਾ ਹੋ ਜਾਏਗਾ ਕਿ ਚੋਣਾਂ ਦਾ ਸੀਜ਼ਨ ਬਿਲਕੁਲ ਨੇੜੇ ਹੈ, ਮਹਿਜ 8-9 ਦਿਨ ਹੀ ਬਾਕੀ ਨੇ ਕਿ ਚੋਣਾਂ ਪੈਣ ਵਾਲੀਆਂ ਨੇ। ਅਜਿਹੇ ਦੇ ਵਿੱਚ ਤੁਸੀਂ ਉੱਭਰ ਕੇ ਸਾਹਮਣੇ ਆਏ ਹੋ ਤੇ ਸਿੱਧੂ ਮੂਸੇਵਾਲਾ ਖਿਲਾਫ ਇਹ ਕੇਸ ਦਰਜ ਕੀਤਾ ਹੈ। ਕਿਤੇ ਨਾ ਕਿਤੇ ਉਹਨਾਂ ਦੀ ਫੈਨ ਫੋਲੋਇੰਗ ਦੇ ਵਿੱਚ ਇਸ ਗੱਲ ਨੂੰ ਵੀ ਲੈ ਕੇ ਚਰਚਾ ਛਿੜੀ ਜਾਏਗੀ ਕਿ ਇਸ ਵਕੀਲ ਨੂੰ ਜੋ ਹੈ ਸਿੱਧੂ ਮੂਸੇਵਾਲਾ ਦੇ ਖਿਲਾਫ ਉਹਨਾਂ ਦੇ ਵਿਰੋਧੀਆਂ ਨੇ ਖੜਾ ਕੀਤਾ ਹੈ। ਨਹੀਂ ਜੀ ਨਹੀਂ, ਮੇਰੇ ਆਪਣੇ ਅੰਦਰ ਬੜਾ ਦਮ ਹੈ, ਮੇਰੇ ਆਪਣੇ ਅੰਦਰ ਬੜੇ ਗਟਸ ਨੇ। ਮੈਂ ਆਪਣੀ ਲੜਾਈ ਆਪ ਲੜਦਾ, ਨਾ ਮੈਂ ਕਿਸੇ ਤੋਂ ਪ੍ਰਭਾਵਿਤ ਹੁੰਨਾ, ਨਾ ਮੈਂ ਮੇਰੇ ਤੇ ਕੋਈ ਪ੍ਰੈਸ਼ਰ ਪਾ ਸਕਦਾ। ਮੇਰੇ ਤੇ ਪ੍ਰੈਸ਼ਰ ਪਾਉਣ ਵਾਲਾ ਦੁਨੀਆ ਦਾ ਇੱਕੋ ਹੀ ਸ਼ਖਸ ਸੀ, ਮੇਰੀ ਮਾਂ। ਉਹ ਵਿਚਾਰੀ 2015 ਦੀ ਰੱਬ ਕੋ ਜਾ ਚੁੱਕੀ ਹੈ ਤੇ ਹੁਣ ਮੈਂ ਡਰਦਾ ਹੀ ਨਹੀਂ ਕਿਸੇ ਕੋਲੋਂ। ਬਚਪਨ 'ਚ ਮੈਨੂੰ ਕਿਸੇ ਨੇ ਗਾਲ ਕੱਢੀ ਸੀ, ਮੈਂ ਸਿਰ ਪਾੜ ਕੇ ਆਇਆ ਸੀ ਘਰ, ਤੇ ਘਰ ਆਉਂਦਿਆਂ ਦੱਸਤਾ ਸੀ ਉਹਨੇ ਗਾਲ ਕੱਢੀ, ਮੈਂ ਸਿਰ ਪਾੜਤਾ। ਉਸ ਤੋਂ ਬਾਅਦ ਜੇ ਮੈਨੂੰ ਰੋਕਿਆ ਤੇ ਜੇ ਮੈਂ ਜਿਹਦੇ ਕੰਟਰੋਲ 'ਚ ਰਿਹਾ ਉਹ ਮੇਰੀ ਮਾਂ ਰਹੀ ਹੈ ਜੀ। ਹੁਣ ਵੈਸੇ ਬੀਵੀ ਵੀ ਹੈਗੀ ਹੈ ਪਰ ਮੈਂ ਇੰਨਾ ਕੰਟਰੋਲ 'ਚ ਨਹੀਂ ਹੈਗਾ ਉਹਦੇ, ਇਹ ਵੀ ਦੱਸਦੇ ਹਾਂ। ਬਟ ਉਸ ਤੋਂ ਬਾਅਦ ਹਾਂ, ਮੇਰੇ ਕੋਰਟ ਦੇ ਕੰਮਾਂ 'ਚ ਕਦੀ ਮਦਰ ਨੇ ਵੀ ਇੰਟਰਫੇਅਰ ਕੀਤਾ ਤੇ ਮੈਂ ਰਿਕੁਐਸਟ ਕੀਤੀ ਸੀ, ਮੰਮੀ ਮੇਰੇ ਕੰਮ 'ਚ ਇੰਟਰਫੇਅਰ ਨਹੀਂ ਕਰਨਾ, ਘਰ 'ਚ ਮੈਂ ਤੁਹਾਡਾ ਮੁੰਡਾ, ਕੰਮ ਤੁਹਾਡੇ ਸਾਰੇ ਕਰੂੰਗਾ, ਪਰ ਕੋਰਟ 'ਚ ਮੈਂ ਵਕੀਲ ਆ, ਮੈਂ ਵਕੀਲ ਨਾਲ ਤੁਸੀਂ ਇੰਟਰਫੇਰੈਂਸ ਨਹੀਂ ਕਰ ਸਕਦੇ। ਬਟ ਸਟਿਲ ਮਾਂ ਸੀ, ਮੰਨਣਾ ਪੈਂਦਾ ਸੀ। ਉਹਨਾਂ ਤੇ ਕਿਹਾ ਤੇ ਬੜਿਆਂ ਨੂੰ ਛੱਡਿਆ, ਬੜਿਆਂ ਨੂੰ ਉਹਨਾਂ ਨੇ ਬਖਸ਼ਿਆ, ਮੈਂ ਨਹੀਂ ਬਖਸ਼ਿਆ। ਕਈਆਂ ਨੇ ਗਲਤੀਆਂ ਕੀਤੀਆਂ ਸੀ, ਆਪਣੇ ਸਿਰ ਉਹਨਾਂ ਨੇ ਮੇਰੀ ਮਾਂ ਦੇ ਪੈਰਾਂ 'ਚ ਰੱਖੇ ਸੀ ਤੇ ਮੰਮੀ ਨੇ ਕਿਹਾ ਵੀ ਨਹੀਂ ਪੁੱਤ ਇਹਨਾਂ ਨੂੰ ਛੱਡ ਦੇ। ਪਰ ਹੁਣ ਤੇ ਉਹ ਸਿਫਾਰਿਸ਼ ਵੀ ਮੈਂ ਕਹਿ ਸਕਦਾ ਕਿ ਨਹੀਂ ਹੈਗੀ ਕਿਸੇ ਕੋਲ। ਸੋ ਆਪਾਂ ਲੜਾਈ ਲੜਾਂਗੇ ਜੀ, ਮੈਂ ਕਿਸੇ ਤੋਂ ਪ੍ਰਭਾਵਿਤ ਨਹੀਂ ਆ, ਮੈਂ ਕਿਸੇ ਪਾਰਟੀ ਦਾ ਸਪੋਰਟਰ ਨਹੀਂ ਆ, ਮੇਰੀ ਆਪਣਾ ਦਿਲ ਹੈ, ਮੈਂ ਜਿਹਨੂੰ ਮਰਜ਼ੀ ਵੋਟ ਪਾਉਣੀ ਹੈ। ਸੋ ਮੈਂ ਪਾਉਂਦਾ ਵੀ ਰਿਹਾ, ਅਸੀਂ ਸੇਵਾ ਵੀ ਕਰਦੇ ਰਹੇ ਹਾਂ। ਔਰ ਗਲਤ ਕੰਮ ਕਰਨ ਵਾਲਾ, ਚਾਹੇ ਉਹ ਪ੍ਰਧਾਨ ਮੰਤਰੀ ਮੋਦੀ ਕਿਉਂ ਨਾ ਹੋਵੇ, ਉਹ ਗਲਤ ਕੰਮ ਕਰਨ ਵਾਲਾ ਉਹ ਕਟਹਿਰੇ 'ਚ ਖੜਾ ਕਰਾਵਾਂਗੇ, ਸਾਨੂੰ ਆਉਂਦਾ ਹੈ। ਸਾਡੇ ਕੋਲ ਐਸੀ ਰਿਵਾਲਵਰ ਹੈ, ਐਸੀ ਗਨ ਹੈ, ਇੰਟਰਨੈਸ਼ਨਲ ਲਾਇਸੈਂਸ ਹੈ ਸਾਡੇ ਕੋਲ। ਬਿਲਕੁਲ ਮੱਲਨ ਸਾਹਿਬ, ਲਾਇਸੈਂਸ ਅਗਲੀ ਵਾਰ ਦਿਖਾਵਾਂਗੇ, ਉਹ ਗਨ ਮੈਂ ਅਗਲੀ ਵਾਰ ਦਿਖਾਣੀ ਹੈ। ਮੇਰੇ ਕੋਲ ਕਿਹੜੀ ਗਨ ਹੈ ਜਿਹਦਾ ਇੰਟਰਨੈਸ਼ਨਲ ਲਾਇਸੈਂਸ ਹੈ, ਮੈਂ ਜਹਾਜ਼ ਵੀ ਨਾਲ ਲੈ ਕੇ ਜਾਣਾ ਔਰ ਉਹਨੂੰ ਰੋਕਦਾ ਵੀ ਕੋਈ ਨਹੀਂ। ਐਡਾ ਤਾਕਤ ਵਾਲਾ ਲਾਇਸੈਂਸ ਔਰ ਐਡੀ ਤਾਕਤ ਵਾਲੀ ਗਨ ਹੈ ਮੇਰੇ ਕੋਲ, ਯਾਦ ਰੱਖੋ, ਉਹ ਚੱਲੇਗੀ। ਬਿਲਕੁਲ ਮੱਲਨ ਸਾਹਿਬ, ਜਿਹੜੀ ਪਹਿਲਾਂ ਇਸੇ ਗੀਤ ਨੂੰ ਲੈ ਕੇ FIR ਹੋਈ ਸੀ ਉਸ ਦੇ ਵਿੱਚ ਕਿਉਂ ਨਹੀਂ ਐਕਸ਼ਨ ਲਿਆ ਗਿਆ ਅਜੇ ਤੱਕ? ਦੇਖੋ ਉਹਦੇ ਤੇ ਹੁਣ ਮੈਂ ਕਾਰਵਾਈ ਸ਼ੁਰੂ ਕਰਤੀ ਹੈ ਜੀ, ਉਹਨੂੰ ਵੀ ਮੈਂ ਰੀਐਕਟੀਵੇਟ ਕਰੂੰਗਾ, ਪੁੱਛਾਂਗਾ ਔਰ ਉਹਦੇ ਤੇ ਵੀ ਕਾਰਵਾਈਆਂ ਪ੍ਰੋਪਰ ਤਰੀਕੇ ਨਾਲ ਜੋ ਬਣਦੀਆਂ ਕਰਾਂਗੇ ਔਰ ਉਹ ਵੀ ਹਿਲਜੁਲ ਹੋਏਗੀ। ਹੋ ਸਕਦਾ ਹੈ ਜਿਹੜੀ ਕਹਿ ਸਕਦੇ ਕਿ ਜੇ ਕਿਸੇ DSP ਦੀ ਬੰਦੂਕ ਫੜ ਕੇ ਚਲਾ ਸਕਦਾ ਹੈ AK-47 ਤੇ ਕਿਸੇ ਦੀ ਸਿਫਾਰਿਸ਼ ਨਾਲ ਕੰਮ ਢਿੱਲਾ ਜਾਂ ਠੰਡਾ ਪਾਇਆ ਹੋਵੇ ਤੇ ਆਪਾਂ ਕਾਨੂੰਨ ਦੀ ਚਿੱਠੀ ਭੇਜਣੀ ਹੈ। ਉਹਦੇ 'ਚ 172 CRPC ਹੁੰਦੀ, ਕੇਸ ਡਾਇਰੀ ਬਣਦੀ ਹੈ, ਉਹਦੇ ਵਿੱਚ ਪੁੱਛ ਲਾਂਗੇ। ਔਰ ਜਿਹੜੀਆਂ ਇਹਨਾਂ ਨੇ ਜ਼ਮਾਨਤਾਂ ਲਿੱਤੀਆਂ ਉਹਦੇ ਕਾਗਜ਼ ਵੀ ਪਬਲਿਕ ਡੋਮੇਨ 'ਚ ਨੇ, ਉਹਦੀ ਕਾਪੀਆਂ ਲੈ ਲਾਂਗੇ ਔਰ ਜੋ ਵੀ ਕਾਰਵਾਈ ਬਣਦੀ ਹੈ ਜੀ ਉਹਦੇ ਤੇ ਵੀ ਸ਼ੁਰੂ ਹੋ ਜਾਏਗੀ। ਆਪਾਂ ਅਸਲ 'ਚ ਕੀ ਸੀਗਾ ਕਿ ਉਹ ਇੱਕ FIR ਹੋ ਗਈ ਫਾਰਮੂਲੇ ਮੁਤਾਬਕ, ਪਿੱਛੇ ਪੈਣ ਵਾਲਾ ਕੋਈ ਨਹੀਂ ਸੀ ਤੇ ਉਹਨੂੰ ਠੰਡੇ ਬਸਤੇ 'ਚ ਪਾਤਾ ਹੋਣਾ। ਤੇ ਹੁਣ ਸੁਨੀਲ ਮੱਲਨ ਉਹ ਵੀ ਪੁੱਛੇਗਾ
ਇਹਦੇ ਵਿੱਚ ਉਹਦਾ ਵੀ ਜ਼ਿਕਰ ਹੈ ਮੇਰੀ ਪਟੀਸ਼ਨ 'ਚ। ਜੀ ਕੋਰਟ ਪੁੱਛੇਗੀ ਵੀ ਲਿਆਓ ਜੀ ਉਸ FIR ਦੇ ਉੱਤੇ ਤੁਸੀਂ ਕੀ ਕਾਰਵਾਈ ਪਾਈ ਹੈ। ਮੱਲਨ ਸਾਹਿਬ ਤੁਸੀਂ ਕੇਸ ਤਾਂ ਪਾਤਾ, ਕੀ ਉਮੀਦ ਹੈਗੀ ਹੈ ਵੀ ਜਿਨ੍ਹਾਂ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਉਹ ਕੋਰਟ ਦੇ ਵਿੱਚ ਪੇਸ਼ ਹੋ ਜਾਣਗੇ? ਕਾਨੂੰਨ ਕੇ ਹੱਥ ਬਹੁਤ ਲੰਬੇ ਹੈ ਕਾਲੀਆ, ਕਾਨੂੰਨ ਦੀਆਂ ਨਜ਼ਰਾਂ ਵੀ ਬਹੁਤ ਤਿੱਖੀਆਂ ਤੇ ਕਾਨੂੰਨ ਦੇ ਕੰਨ ਵੀ ਬਹੁਤ ਤੇਜ਼ ਨੇ। ਕੋਰਟ ਦਾ ਸੰਮਨ ਜਾਂਦਾ ਨਾ ਜਦੋਂ, ਵੱਡੇ ਵੱਡਿਆਂ ਦੇ ਪਸੀਨੇ ਛੁੱਟਦੇ ਆ ਤੇ ਨੁਕਰਾਂ 'ਚ ਹੀ ਵੱਜਦੇ ਫਿਰਦੇ ਆ, ਤੇ ਕੋਰਟ ਸੰਮਨ ਕਰੇਗੀ, ਆਣਾ ਪਏਗਾ, ਆਣਾ ਪਏਗਾ। ਨਹੀਂ ਆਏਗਾ ਐਕਸ ਪਾਰਟੀ ਹੋ ਜਾਏਗਾ, ਐਕਸ ਪਾਰਟੀ ਤੋਂ ਬਾਅਦ ਪਨਿਸ਼ਮੈਂਟ ਹੋ ਜਾਏਗੀ, ਫਿਰ ਤਾਂ ਫੜਿਆ ਜਾਏਗਾ। ਕਿੱਥੇ ਭੱਜੇਗਾ? ਇੱਕ ਕੋਰਟ ਦਾ ਪ੍ਰੋਸੀਜਰ ਹੈ, ਇਹ ਕੋਈ ਮੇਰੀ ਘਰ ਦੀ ਦੁਕਾਨ ਨਹੀਂ। ਲਾਅ ਦਾ ਪ੍ਰੋਸੀਜਰ ਹੈ, ਸਾਡੇ ਕੋਲ ਕਿਤਾਬ ਦਿੱਤੀ ਹੈ ਕ੍ਰਿਮੀਨਲ ਪ੍ਰੋਸੀਜਰ ਕੋਡ, ਸਿਵਲ ਪ੍ਰੋਸੀਜਰ ਕੋਡ। ਜੇ ਮੰਨ ਲਓ ਸਾਡੇ ਨੋਟਿਸ ਨੂੰ ਵੀ ਨਹੀਂ ਲੈਂਦਾ, ਅਸੀਂ ਢੰਡੋਰਾ ਪਟਵਾ ਦਾਂਗੇ ਪੂਰੇ ਪਿੰਡ 'ਚ, ਪੈਸੇ ਖਰਚ ਦੂੰਗਾ ਮੈਂ। 160 ਰੁਪਏ ਲੱਗਦੇ ਸਰਕਾਰੀ ਫੀਸਾਂ, ਡਨ 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 ਡਨ, ਸਿੱਧੂ ਮੂਸੇਵਾਲਾ ਹਾਜ਼ਰ ਹੋ, ਕਰਾ ਦਾਂਗੇ, ਪ੍ਰੋਪਰ ਢੰਡੋਰਾ ਪਿੱਟ ਜਾਏਗਾ। ਫਿਰ ਵੀ ਨਹੀਂ ਆਏਗਾ, ਸੈਕਸ਼ਨ 5 ਚ ਆਲਟਰਨੇਟਿਵ ਮੈਥਡ ਆਫ ਸਰਵਿਸ ਅਖਬਾਰਾਂ 'ਚ ਕਢਾ ਦਾਂਗੇ, ਦੇਖ ਲਾਂਗੇ। ਇੱਕ ਪਾਸੇ ਗਾਣੇ ਕੱਢਦਾ ਪਿਆ, ਅਖਬਾਰਾਂ 'ਚ ਨਿਕਲੇਗਾ ਵੀ ਸਿੱਧੂ ਮੂਸੇਵਾਲਾ ਕੋਰਟ 'ਚ ਹਾਜ਼ਰ ਨਹੀਂ ਹੋ ਰਿਹਾ, ਫਿਰ ਵੀ ਨਹੀਂ ਹੋਏਗਾ। ਥਰੂ ਪੁਲਿਸ ਸੰਮਨ ਜਾਣਗੇ, ਬੇਲੇਬਲ ਵਾਰੰਟ, ਨਾਨ ਬੇਲੇਬਲ ਵਾਰੰਟ, ਅਰੈਸਟ ਵਾਰੰਟ, PO, ਕਾਰਵਾਈਆਂ ਉੱਥੇ ਨੇ। ਇਹ ਤੇ 26 ਸਾਲ ਬਾਅਦ ਬੰਦਾ ਅਸੀਂ ਖੁੱਡ 'ਚੋਂ ਕੱਢ ਲਿਆਉਂਦੇ ਆ, ਮਗਰ ਪੈਣ ਵਾਲਾ ਬੰਦਾ ਚਾਹੀਦਾ ਕਿ ਜਿਹੜਾ ਲੱਗਾ ਰਵੇ, ਹੌਲੀ 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 ਆਪਾਂ ਬੇਬੀ ਸਟੈਪ ਲੈਂਦੇ ਰਹੀਏ ਤੇ ਆਪਾਂ ਪਹੁੰਚਦੇ ਆ। ਬਿਲਕੁਲ ਮੱਲਨ ਸਾਹਿਬ, ਤੁਸੀਂ ਗੱਲ ਕਰ ਰਹੇ ਹੋ ਵੀ ਤੁਸੀਂ ਹਰ ਇੱਕ ਸੰਭਵ ਕੋਸ਼ਿਸ਼ ਕਰੋਗੇ। ਇੱਕ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਗੱਲ ਕਹੀ ਸੀ, ਕਹਿੰਦੇ ਵੀ ਜੋ ਇਹ ਗਾਇਕੀ ਹੈ ਮੇਰਾ ਕੀਤਾ ਹੈ, ਤੇ ਮੈਂ ਜੇ ਲੀਡਰ ਵੀ ਬਣ ਜਾਣਾ ਮੈਂ ਆਪਣਾ ਕੀਤਾ ਨਹੀਂ ਛੱਡੂੰਗਾ। ਤੁਸੀਂ ਕਹਿ ਰਹੇ ਹੋ ਵੀ ਮੈਂ ਉਹਨਾਂ ਨੂੰ ਜਿਵੇਂ ਮਰਜ਼ੀ ਅਦਾਲਤ ਦੇ ਵਿੱਚ ਲੈ ਕੇ ਆਉਂਗਾ। ਮੰਨ ਲਓ ਜੇ ਉਹ ਆਪਣੇ ਕਿਸੇ ਕੰਮ ਨੂੰ ਲੈ ਕੇ ਵਿਦੇਸ਼ ਚਲੇ ਜਾਂਦੇ ਨੇ, ਫਿਰ ਉਸ ਸਮੇਂ ਤੁਸੀਂ ਕੀ ਕਰੋਗੇ? ਉੱਥੋਂ ਚੱਕ ਲਿਆਵਾਂਗੇ, ਕਾਨੂੰਨ ਤੇ ਹੱਥ ਉੱਥੇ ਪਹੁੰਚ ਜਾਣਗੇ ਜੀ, ਯਾਨੀ ਕਿ ਖਹਿੜਾ ਨਹੀਂ ਛੱਡੋਗੇ? ਦੇਖੋ ਖਹਿੜਾ ਕੀ, ਜੋ ਲੀਗਲ ਪ੍ਰੋਸੀਜਰ ਬਣਦਾ ਮੈਂ ਉਹਨੂੰ ਕੰਪਲੀਟ ਕਰੂੰਗਾ, ਮੈਂ ਉਹਨੂੰ ਬੰਦ ਕਿਉਂ ਕਰਾਵਾਂਗਾ? ਅੱਜ ਕੋਰਟ ਤੇ ਵੀ ਤੇ ਭਾਰ ਪੈਣਾ ਨਾ ਇਸ ਕੇਸ ਦਾ। ਕੋਰਟ ਦਾ ਵੀ ਇੱਕ ਪ੍ਰੋਸੀਜਰ ਚੱਲਣਾ ਹੈ, ਕੋਰਟ ਨੇ ਵੀ ਆਪਣੀ ਕਾਰਵਾਈਆਂ ਪੂਰੀਆਂ ਕਰਨੀਆਂ, ਤੇ ਜਦ ਤੱਕ ਰਿਸਪੋਂਡੈਂਟ ਕਹਿ ਲੋ, ਅਕਿਊਜ਼ ਕਹਿ ਲੋ, ਡਿਫੈਂਡੈਂਟ ਕਹਿ ਲੋ, ਸਾਹਮਣੇ ਨਹੀਂ ਆਂਦਾ ਤਦ ਤੱਕ ਕੋਰਟ ਨੇ ਇੱਕ ਤਰਫਾ ਫੈਸਲਾ ਥੋੜੀ, ਜੋ ਮੈਂ ਕਹਤਾ ਉਹਦੇ ਤੇ ਫੈਸਲਾ ਥੋੜੀ ਹੋ ਜਾਣਾ। ਫੈਸਲਾ ਦੋਨੋਂ ਪੱਖ ਸੁਣ ਕੇ ਹੋਣਾ। ਸਾਡੀਆਂ ਕੋਰਟਸ ਬੜੀਆਂ ਹੀ ਵਧੀਆ ਨੇ, ਨਿਊਟਰਲ। ਉਹ ਮੈਂ ਵਕੀਲ ਆ, ਮੇਰੇ ਕਰਕੇ ਨਹੀਂ ਦੱਬਣਗੀਆਂ, ਇਹ ਜਿਹੜਾ ਮਰਜ਼ੀ ਵੱਡਾ ਗਾਇਕ ਹੈ ਇਹਦੇ ਕਰਕੇ ਨਹੀਂ ਦੱਬਣਗੀਆਂ। ਉਹ ਨਿਰਪੱਖ ਫੈਸਲਾ ਕਰਨਗੀਆਂ, ਮੈਨੂੰ ਉਹਨਾਂ ਤੇ ਮਾਣ ਹੈ, ਇਸ ਕਰਕੇ ਮੈਂ ਕੋਰਟ 'ਚ ਆਇਆ। ਮੈਂ ਤੇ ਇਹਦੇ ਵਿੱਚ ਮੰਗਿਆ ਕਿ ਇਹਨੂੰ ਪੈਨਲਟੀ ਪਾਈ ਜਾਵੇ, 24% ਕੰਪਾਊਂਡ ਇੰਟਰਸਟ ਲਿਆ ਜਾਵੇ ਜਿੱਦਣ ਤੋਂ ਇਹਨੇ ਗਾਣਾ ਲਾਂਚ ਕੀਤਾ। ਜੋ ਕੋਰਟ ਇਹਦੀ ਪਨਿਸ਼ਮੈਂਟ ਪੈਸਿਆਂ ਨਾਲ ਡਿਸਾਈਡ ਕਰੇ, ਜਿੰਨਾ ਪੈਸਾ ਇਹਨੇ ਚੈਨਲਾਂ ਤੋਂ ਜਾਂ ਜਿੱਥੋਂ ਮਰਜ਼ੀ ਕਮਾਇਆ ਇਸ ਗਾਣੇ ਤੇ, ਉਹ ਸਾਡਾ ਪਬਲਿਕ ਬਾਰ ਕੌਂਸਲ ਕਲੋਜ਼ ਕਰ ਸਕਦੇ ਹੋ, ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਪਬਲਿਕ ਐਡਵੋਕੇਟ ਵੈਲਫੇਅਰ ਫੰਡ ਵਿੱਚ ਜਾ ਕੇ ਪੈਸੇ ਜਮ੍ਹਾਂ ਕਰਾਵੇ। ਮੈਂ ਤੇ ਪੈਸੇ ਨਹੀਂ ਮੰਗੇ ਆਪਣੇ ਲਈ, ਮੈਨੂੰ ਨਹੀਂ ਲੋੜ। ਸਾਡੀ ਵਕੀਲ ਕਮਿਊਨਿਟੀ ਵਾਸਤੇ ਮੰਗਿਆ, ਮੈਂ ਲੜਾਈ ਵਕੀਲ ਕਮਿਊਨਿਟੀ ਵਾਸਤੇ ਕਰ ਰਿਹਾ, ਨਾ ਕਿ ਮੈਂ ਆਪਣੇ ਲਈ ਕਰ ਰਿਹਾ। ਔਰ ਅੱਜ ਦੀ ਤਰੀਕ 'ਚ ਮੈਨੂੰ ਪੰਜਾਬ ਦੇ ਆਲਮੋਸਟ ਹਰ ਸ਼ਹਿਰ 'ਚੋਂ ਕਾਲ ਹੈ ਕਿ ਸਰ ਸਾਨੂੰ ਪਟੀਸ਼ਨ ਦਿਓ, ਅਸੀਂ ਵੀ ਉੱਥੋਂ ਲਾਈਏ। ਜੀ ਮੱਲਨ ਸਾਹਿਬ, ਇਸ ਕੇਸ ਦੇ ਵਿੱਚ ਸਿੱਧੂ ਮੂਸੇਵਾਲਾ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਂਦੇ ਨੇ, ਤਾਂ ਉਸ ਕੇਸ ਦੇ ਵਿੱਚ ਕੀ ਸਜ਼ਾ ਹੋਵੇਗੀ ਸਿੱਧੂ ਮੂਸੇਵਾਲਾ ਨੂੰ? ਦੇਖੋ ਜੀ, ਕੋਰਟ ਆਪਣੇ ਹਿਸਾਬ ਨਾਲ ਸੋਚ ਕੇ ਜੁਰਮਾਨਾ ਲਾਏਗੀ। ਮੈਂ ਤੇ ਇਹਦੇ ਡਿਮਾਂਡ ਕੀਤੀ ਵੀ ਜਿੰਨੇ ਵੀ ਉਹਨੇ ਪੈਸੇ ਇਸ ਗਾਣੇ ਕਰਕੇ ਕਮਾਏ ਉਹ ਪਬਲਿਕ ਸਾਡੇ ਐਡਵੋਕੇਟ ਵੈਲਫੇਅਰ ਫੰਡ ਜਿਹੜਾ ਬਾਰ ਕੌਂਸਲ 'ਚ ਉੱਥੇ ਜਮ੍ਹਾਂ ਕਰਾਵੇ। ਸੈਕਿੰਡ, ਰਿਟਨ ਅਪੋਲੋਜੀ, ਪਬਲਿਕ ਅਪੋਲੋਜੀ ਮੰਗੇ, ਔਰ ਜਿੰਨਾ ਉਹਨੂੰ ਜੁਰਮਾਨਾ ਹੁੰਦਾ ਹੈ ਵਿਦ 24% ਕੰਪਾਊਂਡ ਇੰਟਰਸਟ ਲਿਆ ਜਾਵੇ, ਤੇ ਇਹਦੇ ਤੇ FIR ਲੌਂਚ ਕੀਤੀ ਜਾਵੇ। ਤੇ ਜੇ ਕੋਰਟ ਸਭ ਕੁਝ ਮੇਰੀਆਂ ਗੱਲਾਂ ਨੂੰ ਠੀਕ ਸਮਝਦੀ ਹੈ, ਮੰਨਦੀ ਹੈ, ਤੇ ਜਿਸ ਧਾਰਾ 'ਚ FIR ਹੋਏਗੀ ਉਹਦਾ ਦੋਸ਼ੀ ਹੋ ਜਾਏਗਾ। ਪਲੱਸ ਜਿਹੜੇ ਪੈਸਿਆਂ ਦਾ ਜੁਰਮਾਨਾ ਪਏਗਾ ਉਹ ਸਾਰੇ ਪੈਸੇ ਜਮ੍ਹਾਂ ਕਰਾਣੇ ਪੈਣਗੇ। ਨਾ ਜਮ੍ਹਾਂ ਕਰਾਉਣ ਦੀ ਸੂਰਤ 'ਚ ਸਜ਼ਾ ਵੱਡੀ ਹੋ ਜਾਏਗੀ, ਉਹ ਸਾਰਾ ਕੁਝ ਭੁਗਤਣਾ ਪਏਗਾ। ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦੀ ਲੀਡਰੀ ਵੀ ਭਵਿੱਖ ਹਨੇਰੇ ਜਾਂਦਾ ਵਿਖਾਈ ਦੇ ਰਿਹਾ ਜੇ ਇਸ ਦੇ ਵਿੱਚ ਦੋਸ਼ੀ ਕਰਾਰ ਹੋ ਜਾਂਦੇ ਨੇ। ਉਹ ਇੱਕ ਗਾਣੇ ਗਾਣ ਵਾਲਾ ਬੰਦਾ ਹੋ ਸਕਦਾ, ਚੰਗਾ ਹੋ ਸਕਦਾ, ਪਬਲਿਕ ਫੈਨਿੰਗ ਹੋ ਸਕਦੀ ਹੈ, ਪਰ ਕੋਈ ਸੁਲਝਿਆ ਬੰਦਾ ਉਹਦਾ ਫੈਨ ਨਹੀਂ ਹੈਗਾ, ਚੈੱਕ ਕਰ ਲੈਣਾ। ਹਾਂ, ਬੱਚੇ ਜਿਹੜੇ ਵਿਚਾਰੇ ਅੱਜ ਕੱਲ ਦੇ ਉਹ ਜ਼ਰੂਰ ਫੈਨ ਹੈਗੇ ਨੇ, ਤੇ ਉਹ ਇੱਕ ਚੰਗਾ ਗਾਇਕ ਹੋ ਸਕਦਾ ਸੀ, ਬਟ ਇੱਕ ਚੰਗਾ ਲੀਡਰ ਸ਼ਾਇਦ ਉਹ ਨਾ ਹੋਵੇ। ਉਹਦਾ ਕੋਈ ਵਿਜ਼ਨ ਨਹੀਂ, ਉਹਦਾ ਕੋਈ ਮਿਸ਼ਨ ਨਹੀਂ, ਉਹਨੂੰ ਕੋਈ ਟਾਰਗੇਟ ਨਹੀਂ ਪਤਾ। ਉਹਨੂੰ ਪੁੱਛ ਲਓ ਵੀ ਤੇਰੇ ਕੋਲ ਕੀ ਸਕੋਪ ਹੈ ਪੰਜਾਬ ਨੂੰ ਅੱਗੇ ਲਿਜਾਣ 'ਚ, ਉਹਦੇ ਕੋਲ ਸ਼ਾਇਦ 4 ਸ਼ਬਦ ਨਹੀਂ ਹੋਣੇ। ਸੋ ਮੈਂ ਕਈ ਵਾਰੀ ਕਹਿ ਚੁੱਕਾ ਵੀ ਮੂੰਹ ਚੰਗਾ ਨਾ ਹੋਵੇ, ਬੰਦਾ ਗੱਲ ਚੰਗੀ ਕਰ ਲੈ, ਕਈਆਂ ਨੂੰ ਕਹਿ ਚੁੱਕਾ। ਸੋ ਇਹੋ ਹੀ ਸਮਝਾਉਣਾ ਕਿ ਠੀਕ ਹੈ, ਉਹ ਇੱਕ ਪਬਲਿਕ ਫਿਗਰ, ਲੋਕ ਉਹਨੂੰ ਮੰਨ ਗਏ ਬੱਚਿਆਂ ਵਾਸਤੇ। ਜੇ 90% ਉਹਦੇ ਜਿਹੜੇ ਸਪੋਰਟਰ ਨੇ ਉਹ ਤੇ ਵੋਟ ਵੀ ਨਹੀਂ ਬਣੀ ਉਹਨਾਂ ਦੀ, ਤੋ ਇੱਕ
ਇਹਦੇ ਹੋਇਆ ਕਿ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ। ਜਿਹੜੀ ਵੀ ਪਾਰਟੀ ਨੂੰ ਉਹਨੇ ਜੁਆਇਨ ਕੀਤਾ ਹੈ, ਉਹਦੀ ਪਾਰਟੀ ਦੇ ਕੁਝ ਸੀਨੀਅਰ ਲੀਡਰਾਂ ਨੇ ਇਹਦੀ ਉਸ FIR 'ਚ ਮਦਦ ਕੀਤੀ ਹੈ, ਜਿਹਦੇ ਬਦਲੇ 'ਚ ਇਹਨੂੰ ਆਪਣੀ, ਜਿਵੇਂ ਇੱਕ ਵਾਰੀ ਪਿਛਲੀ ਵਾਰ ਇਲੈਕਸ਼ਨ ਅਸੀਂ ਸੁਣਿਆ ਸੀ ਵੀ ਹੇਮਾ ਮਾਲਿਨੀ ਅੰਮ੍ਰਿਤਸਰ ਆ ਰਹੀ ਹੈ ਜੀ, ਤੇ ਮੁੜ ਕੇ ਉਹਦਾ ਜਹਾਜ਼ ਨਹੀਂ ਉਤਰਿਆ। ਸੋ ਪਬਲਿਕ ਸਟੰਟ ਵੀ ਹੋ ਸਕਦਾ ਹੈ। ਤੁਹਾਡੇ ਕੋਲ ਜਾਣਕਾਰੀ ਹੈ ਵੀ ਕਿਹੜੇ ਸੀਨੀਅਰ ਲੀਡਰਾਂ ਨੇ ਉਸ ਦੀ ਮਦਦ ਕੀਤੀ ਹੈ? ਹਾਂ ਹੈ ਜੀ, ਨਾਮ ਲੈ ਸਕਦੇ ਹੋ? ਟਾਈਮ ਆਉਣ ਤੇ ਉਹ ਵੀ ਲਵਾਂਗਾ ਜੀ। ਹੁਣੇ ਲੈ ਦਿਓ। ਰਾਜ਼ ਕੋ ਰਾਜ਼ ਰਹਿਣੇ ਦੋ। ਦੇਖੋ ਪਤਾ ਕੀ ਹੁੰਦਾ, ਪੁਖਤਾ ਸਬੂਤ ਨਾਲ ਵਕੀਲ ਗੱਲ ਕਰੇ ਚੰਗਾ ਲੱਗਦਾ। ਸੁਨੀਲ ਮਿਲਨ ਮੂੰਹ ਜੋ ਮਰਜ਼ੀ ਬੋਲ ਦਵੇ, ਉਹਨੂੰ ਮਾਫੀ ਮਿਲ ਸਕਦੀ ਹੈ, ਪਰ ਬੀਇੰਗ ਇੱਕ ਪੋਜੀਸ਼ਨ ਹੋਲਡਰ, ਇੱਕ ਸਟੈਚੂਏਟ ਬੋਰਡ ਮੈਂਬਰ ਹੋਣ ਕਰਕੇ, ਇੱਕ ਵਕੀਲ ਹੋਣ ਕਰਕੇ ਨਹੀਂ ਸ਼ੋਭਾ ਦਿੰਦਾ ਮੈਂ ਐਵੇਂ ਕਿਸੇ ਦਾ ਨਾਂ ਲਵਾਂ। ਸੋ ਉਹ ਵੀ ਚੀਜ਼ਾਂ ਸਾਹਮਣੇ ਆ ਜਾਣੀਆਂ, ਕੋਈ ਬਹੁਤ ਵੱਡਾ ਗੱਲ ਨਹੀਂ ਹੈ। ਵੀਡੀਓਜ਼ ਆਈਆਂ ਸਰੇਆਮ ਸਾਹਮਣੇ, ਉਹਦੇ ਵਿੱਚ ਵੇਖਿਆ ਕਿ ਇੱਕ ਅਕਿਊਜ਼ ਨੂੰ ਵੀ DSP ਹੱਥ ਮਿਲਾ ਕੇ ਕੁਰਸੀ ਤੇ ਬਿਠਾਉਂਦਾ ਪਿਆ। ਮੇਰੇ ਵਰਗਾ ਹੁੰਦਾ DSP, ਮੈਂ ਕਹਣਾ ਕਾਕਾ ਉੱਥੇ ਜ਼ਮੀਨ ਤੇ ਬਹਿ ਜਾ ਤੇ ਖੜਾ ਰਹਿ, ਇੱਕ ਦੋਸ਼ੀ ਆਇਆ ਤੇਰੇ ਕੋਲ। ਸੋ ਠੀਕ ਹੈ। ਮੱਲਨ ਸਾਹਿਬ, ਹੁਣ ਵੀ ਉਹਨਾਂ ਨੂੰ ਵਕੀਲ ਕਰਨ ਦੀ ਲੋੜ ਪੈਣੀ ਹੈ। ਕੇਸ ਲੜਨਾ ਸੋਮਵਾਰ ਮੰਗਲਵਾਰ ਜਦ ਤੁਸੀਂ ਕਿਹਾ ਵੀ ਦਾਇਰ ਹੋ ਸਕਦਾ। ਹਾਂ ਨਹੀਂ ਹੋ ਗਿਆ ਜੀ, ਲਿਸਟਿੰਗ ਆਉਣ ਤੋਂ ਬਾਅਦ ਨੋਟਿਸ ਹੁੰਦਾ ਜਾਂ ਕੰਸੀਡਰੇਸ਼ਨ ਤੇ ਲੱਗਦਾ, ਜੋ ਵੀ ਹੈ ਆਪਾਂ ਇਹਦਾ ਐਡਵਾਂਸ ਨੋਟਿਸ ਭੇਜ ਦੇਣਾ, ਰਜਿਸਟਰੀ ਕਰਾ ਦੇਣੀ ਹੈ, ਤੇ ਜਿੱਦਾਂ ਜਿੱਦਾਂ ਅੱਗੋਂ ਕੋਰਟ ਕਹੇਗੀ। ਤੇ ਮੈਂ ਤੇ ਚੈਲੰਜ ਕਰਦਾ ਪਿਆ ਕਿ ਜੇ ਤੂੰ ਸੱਚੀ ਮੁੱਚੀ ਹਵਾ ਤਾਂ ਵੀ ਵਕੀਲ ਬੋਲਦੇ ਆ, ਤੇ ਪਿਓ ਦਾ ਪੁੱਤਰਾ ਵਕੀਲ ਲੈ ਕੇ ਨਾ ਹੀ ਕੋਰਟ 'ਚ ਕੱਲਾ ਆ, ਤੈਨੂੰ ਕੋਈ ਕੁਝ ਨਹੀਂ ਕਹੇਗਾ, ਕੋਈ ਟੱਚ ਵੀ ਨਹੀਂ ਕਰੇਗਾ, ਉਲਟਾ ਤੇਰੇ ਫੈਨ ਤੇਰੇ ਕੋਲ ਸਾਈਨ ਕਰਾ ਲਿਆ ਕਰਨਗੇ, ਤੇ ਆ ਕੇ ਕੋਰਟ 'ਚ ਇੱਕ ਵਾਰੀ ਆਪਣੀ ਗੱਲ ਹੀ ਰੱਖ ਕੇ ਵਿਖਾ ਦੇ ਬਗੈਰ ਵਕੀਲ ਤੋਂ। ਤੇ ਮੈਂ ਚੈਲੰਜ ਕਰਦਾ ਤੈਨੂੰ। ਸਰ, ਮੇਰਾ ਅਖੀਰਲਾ ਸਵਾਲ ਹੈ, ਇਸ ਤਰ੍ਹਾਂ ਤੁਸੀਂ ਸਿੱਧੂ ਮੂਸੇਵਾਲਾ ਤੇ ਕੇਸ ਦਰਜ ਕੀਤਾ ਹੈ, ਕੱਲ ਨੂੰ ਤੁਹਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਸਕਦੀਆਂ, ਜਾਂ ਹੋਰ ਕਿਸੇ ਤਰ੍ਹਾਂ ਦੀਆਂ ਧਮਕੀਆਂ ਮਿਲ ਸਕਦੀਆਂ ਉਹਨਾਂ ਦੇ ਫੈਨਸ ਦੇ ਵੱਲੋਂ, ਜਾਂ ਸਿੱਧੂ ਮੂਸੇਵਾਲਾ ਤੋਂ ਡਰ ਨਹੀਂ ਲੱਗਦਾ? ਨਹੀਂ, ਪਹਿਲਾਂ ਮਿਲ ਚੁੱਕੀਆਂ। ਕਿੰਨਾਂ ਨੇ ਦਿੱਤੀਆਂ ਸੀ ਉਹ? ਬਸ ਇਹੋ ਹੀ ਕੁਝ ਲੰਡੂਆਂ ਨੇ। ਇਹ ਸਿੱਧੂ ਮੂਸੇਵਾਲਾ ਦੇ ਨੇ ਦਿੱਤੀਆਂ ਸੀ ਜਾਂ ਕਿਸੇ ਹੋਰ? ਡਾਇਰੈਕਟ ਤੇ ਮੈਨੂੰ ਕੀ ਦੇਗਾ, ਖੈਰ ਠੀਕ ਹੈ, ਇਨਡਾਇਰੈਕਟ ਇਹੋ ਜਿਹੇ ਲੋਕ ਕੰਮ ਕਰਾਉਂਦੇ ਹੋਣਗੇ, ਕਰਾ ਲੈਣ। ਦੇਖੋ ਮੇਰੇ ਮਾਲਕ ਨੇ ਮੇਰਾ ਇੱਕ ਦਿਨ ਮਿੱਥਿਆ ਆ, ਉਸ ਤੋਂ ਪਹਿਲਾਂ ਮੈਂ ਤੇ ਜਾਂਦਾ ਨਹੀਂ। ਦੁਨੀਆ 'ਚ ਕੋਈ ਗੋਲੀ ਨਹੀਂ ਬਣੀ ਮੇਰੇ ਲਈ। ਜਿੱਦਣ ਮਿੱਥੀ ਆ ਉਦੋਂ ਰੁਕਣੀ ਨਹੀਂ। ਉਦੋਂ ਮੈਂ ਜਿੱਥੇ ਮਰਜੀ 7 ਤਾਲਿਆਂ 'ਚ ਬੰਦ ਹੋ ਜਾ, ਮੈਨੂੰ ਉੱਥੇ ਵੀ ਕੁਝ ਹੋਣਾ। ਸੋ ਮੈਂ ਰੋਜ਼ ਨਹੀਂ ਮਰਦਾ। ਇਹ ਗੱਲ ਮੈਂ ਅੱਜ ਤੋਂ 15 ਸਾਲ 20 ਸਾਲ ਪਹਿਲਾਂ ਸੋਚ ਲਈ ਸੀ ਕਿ ਰੋਜ਼ ਨਹੀਂ ਮਰਨਾ, ਇੱਕੋ ਦਿਨ ਮਰਨਾ, ਤੇ ਫਿਰ ਬਣਾ ਰੋਜ਼ ਕਿਉਂ ਮਰਦਾ। ਹੋ ਦਲੇਰ ਸ਼ਰੇਆਮ ਤੁਸੀਂ ਵੇਖੋ, ਲਾਪਰੀ ਦੇ ਲਾਡੀ ਵਾਲੇ ਕੇਸ 'ਚ ਪੰਗੇ ਲਏ, ਉਹਦੇ 'ਚ ਵੀ ਬੜੀਆਂ ਕਾਲਾਂ ਆਈਆਂ। ਫਿਰ ਹਰਚਰਨ ਪੀਲੀਭੀਤ ਵਾਲੇ ਮਰਡਰ ਕੇਸ 'ਚ, ਉਹਦੇ 'ਚ ਵੀ ਮੈਂ ਸਿਰੇ ਲਾਤੀ ਆਲਮੋਸਟ। ਉਹ ਤੁਹਾਨੂੰ ਬਸ ਹੋਰ 15 ਦਿਨਾਂ 'ਚ ਖਬਰ ਦੇ ਦਾਂਗੇ ਕਿ ਉਹ ਬੰਦੇ ਅਰੈਸਟ ਹੋ ਗਏ ਨੇ, ਡਾਕਟਰੀ ਰਿਪੋਰਟਾਂ ਬਣ ਗਈਆਂ। ਹੁਣ ਇੱਕ ਪਾਸੇ ਡਾਕਟਰ, ਇੱਕ ਪਾਸੇ ਪੁਲਿਸ, ਇੱਕ ਪਾਸੇ ਫੋਰੈਂਸਿਕ ਟੀਮਾਂ, ਜਿਨ੍ਹਾਂ ਦੇ ਖਿਲਾਫ ਮੈਂ ਖੜਾ। ਸੋ ਜੋ ਮੇਰਾ ਧਰਮ ਹੈ, ਜੇ ਮੈਂ ਉਹ ਧਰਮ ਹੀ ਛੱਡਤਾ ਤੇ ਮੈਂ ਕਾਹਦਾ ਵਕੀਲ ਰਹਿ ਗਿਆ। ਆਪਾਂ ਤੇ ਸੀਟੀ ਵਜਾਉਣੀ ਹੈ। ਆਪਾਂ ਜਿਹੜੀ ਲੜਾਈ ਕੋਈ ਨਹੀਂ ਲੜ ਸਕਦਾ, ਆਪਣੇ ਮੱਥੇ ਤੇ ਲਾ ਕੇ ਲੜਦੇ ਆ, ਔਰ ਸ਼ਰੇਆਮ ਕਹਿ ਕੇ ਲੜਦੇ ਆ। ਮੀਡੀਆ ਸਾਹਮਣੇ ਬੈਠੇ, ਮੈਨੂੰ ਤਾਂ ਚੋਰੀ ਚੋਰੀ ਬੈਠਾ ਰਵਾਂ। ਬਾਕੀ ਜੇ ਕੁਝ ਹੁੰਦਾ ਤੇ ਇਹ ਜ਼ਿੰਮੇਦਾਰ ਹੋਣਗੇ। ਆਪਾਂ ਤੇ ਲਿਖਿਆ ਹੋਇਆ, ਦੇਖ ਲੈਂਦੇ ਆ, ਲਓ ਪੰਗਾ। ਤੇ ਮੇਰੀ ਵਕੀਲ ਕਮਿਊਨਿਟੀ ਇੰਨੀ ਮਾੜੀ ਤੇ ਨਹੀਂ ਕਿ ਮੈਨੂੰ ਕੋਈ ਉਂਗਲ ਤੇ ਸੱਟ ਵੀ ਲੱਗ ਗਈ ਤੇ ਉਹ ਚੁੱਪ ਬਹਿ ਜਾਏਗੀ। ਉਹ ਤੇ ਅੱਜ ਵੀ ਕਹਿੰਦੇ ਵੀ ਮੱਲਨ ਸਾਹਿਬ ਦੱਸੋ, ਕਿਉਂਕਿ ਅਸੀਂ ਖੈਰ ਖਵਾਵਾਂ। ਆਪਾਂ ਅੱਜ ਤੱਕ ਕਿਸੇ ਦਾ ਨੁਕਸਾਨ ਨਹੀਂ ਕੀਤਾ, ਪਰ 20 ਰੁਪਏ ਪਿੱਛੇ ਪਟਵਾਰੀ ਨੂੰ ਵੀ ਮੌਤ ਤੱਕ ਪਹੁੰਚਾਇਆ, ਕੈਦ ਤੱਕ ਪਹੁੰਚਾਇਆ। ਲੜਾਈ ਲੜਨ 'ਚ ਉਦਾਂ ਦੇ ਆ, ਸੱਚ ਦਾ ਪਹਿਰਾ ਦੇਣਾ, ਵਿਕਾਊ ਹੈ ਨਹੀਂ। ਥੋੜੀ ਰੋਟੀ ਖਾਂਦੇ ਆ, ਕਿਰਾਏ ਦੇ ਮਕਾਨ 'ਚ ਰਹਿੰਦੇ ਆ, ਪਰ ਖੁਸ਼ ਹਾਂ। ਕਿਸੇ ਦਾ ਦੇਣਾ ਨਹੀਂ ਤੇ ਨਾ ਕਿਸੇ ਕੋਲ ਡਰਨਾ। ਡਰਨਾ ਇੱਕੋ ਕੋਲੋਂ ਹੈ। ਉਹ ਕਹਿੰਦੇ ਨਾ, ਚੱਲਾ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਸੋ ਮੇਰੇ ਬਾਬਾ ਨਾਨਕ ਜੀ ਦੇ ਬੜੇ ਚੰਗੇ ਚੰਗੇ ਆਦੇਸ਼ ਨੇ, ਜਿਨ੍ਹਾਂ ਨੂੰ ਮੈਂ ਫੋਲੋ ਕਰਦਾ, ਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਭੱਜਾ ਫਿਰਦਾ। ਅੰਮ੍ਰਿਤਸਰ ਦਾ ਰਹਿਣ ਵਾਲਾ, ਤੇ ਬਚਪਨ ਦਰਬਾਰ ਸਾਹਿਬ 'ਚ ਬੀਤਿਆ, ਖੇਡੇ ਉੱਥੇ ਜਾ ਕੇ ਰੱਬ ਦੀ ਗੋਦੀ 'ਚ, ਤੇ ਉਹੀ ਤਾਕਤ ਅੱਜ ਤੱਕ ਕੰਮ ਕਰੀ ਜਾਂਦੀ ਹੈ। ਇਹੀ ਭੱਜੇ ਫਿਰਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸੀਨੀਅਰ ਐਡਵੋਕੇਟ ਸੁਨੀਲ ਮੱਲਨ ਜੀ, ਜਿਨ੍ਹਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਖਿਲਾਫ ਜੋ ਹੈ ਅਦਾਲਤ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਤਾਂ ਹੁਣ ਵੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਜੋ ਹੈ ਅਦਾਲਤ ਦੇ ਵਿੱਚ ਪੇਸ਼ ਹੁੰਦੇ ਨੇ ਜਾਂ ਨਹੀਂ। ਕੈਮਰਾਮੈਨ ਕਿਸ਼ਨ ਦੇ ਨਾਲ ਚੰਡੀਗੜ੍ਹ ਤੋਂ ਨਵਦੀਪ ਮਾਨ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।